ਹਾਲੇਲੂਇਆ, ਜੈ ਮਸੀਹ ਦੀ, ਜੈ ਮਸੀਹ ਦੀ। ਕਵਾਲ ਜੀ, ਆਪਾਂ ਪ੍ਰਕਾਸ਼ ਦੀ ਪੋਥੀ ਬੁੱਕ ਆਫ ਰੈਵਲੇਸ਼ਨ ਪੜ੍ਹ ਰਹੇ ਹਾਂ। ਉਹਦੇ ਵਿੱਚ ਮਿਲੀਨੀਅਮ 1000 ਸਾਲਾ ਬਾਦਸ਼ਾਹੀ ਕਰ ਰਹੇ ਹਾਂ। ਹਾਂਜੀ, ਉਹਦੇ ਵਿੱਚ ਔਰ ਉਹਦੇ ਵਿੱਚ ਆਪਾਂ ਪਹਿਲਾਂ ਦੇਖਿਆ ਸੀਗਾ ਕਾਨੂੰਨ ਹੋਣੇ, ਕੀ ਸਾਰਾ ਕੁਝ ਹੋਣਾ ਪਹਿਲੀਆਂ ਸਟੱਡੀਆਂ ਦੇ ਵਿੱਚ। ਹੁਣ ਆਪਾਂ ਪਿਛਲੀ ਸਟੱਡੀ ਕੀਤੀ ਸੀਗੀ, ਉਹਦੇ ਵਿੱਚ ਆਪਾਂ ਦੇਖਿਆ ਜਿਹੜੀਆਂ ਉੱਥੇ ਬਲੀਆਂ ਚੜ੍ਹਨੀਆਂ, ਹਾਂਜੀ, ਉਹ ਵੀ ਸਿਸਟਮ ਰਾਈਟ ਹੋ ਜਾਏ, ਉਹ ਦੁਬਾਰਾ ਫਿਰ ਜਿੱਦਾਂ ਯਹੂദിਆਂ ਦਾ ਹੁੰਦਾ ਸੀਗਾ ਉਸ ਤਰ੍ਹਾਂ ਹੋਏਗਾ। ਪਰ ਉਹ ਇਹ ਵੀ ਆਪਾਂ ਦੇਖਿਆ ਸੀਗਾ ਪਾਪਾਂ ਦੀ ਮਾਫੀ ਦੇ ਲਈ ਨਹੀਂ, ਉਹ ਨਾ ਪਰਮੇਸ਼ਵਰ ਨਾਲ ਹਾਂ ਉਹ ਫਿਰ ਯਿਸੂ ਮਸੀਹ ਉਸ ਸਮੇਂ ਖੁਦ ਮੌਜੂਦ ਹੋਣਗੇ, ਧਰਤੀ 'ਤੇ ਰਾਜ ਕਰਨਗੇ, ਅਤੇ ਉਹ ਆਪਣੀ ਖੁਸ਼ੀ 'ਤੇ ਯਹੂਦੀ ਉਹ ਇਸ ਤਰ੍ਹਾਂ ਕਰਨਾ ਚਾਹੂਗੇ। ਹਾਂਜੀ, ਉਹ ਇਸ ਲਈ ਉਹਨਾਂ ਨੂੰ ਇਜਾਜ਼ਤ, ਹਾਂਜੀ, ਉਹ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਏਗੀ। ਔਰ ਆਪਾਂ ਦੇਖਿਆ ਸੀਗਾ ਵੱਖਰੇ ਵੱਖਰੇ ਤਰ੍ਹਾਂ ਦੀਆਂ ਆਫਰਿੰਗਸ ਹੋਊਗੀਆਂ ਜੀ। ਹਾਂਜੀ, ਉਹ ਆਪਣੀ ਖੁਸ਼ੀ 'ਤੇ ਕਰੂਗੇ। ਅਤੇ ਬਾਕੀ ਆਪਾਂ 5 ਆਫਰਿੰਗਸ, ਹਾਂਜੀ, 5 ਕੁਰਬਾਨੀਆਂ, ਹਾਂਜੀ, ਬਾਕੀ ਉਸ ਤੋਂ ਅੱਗੇ। ਹੁਣ ਕੁਝ ਲੋਕ ਸਮਝਦੇ ਨੇ, ਮਤਲਬ ਮੈਂ ਵੀ ਵਿੱਚ ਸ਼ਾਮਲ, ਜਿੰਨੀ ਦੇਰ ਤੱਕ ਮੈਂ ਨਹੀਂ ਪੜ੍ਹਿਆ ਮੈਂ ਵੀ ਇਹੀ ਸੋਚਦਾ ਸਾਂ ਸਭ ਕੁਝ ਮੁੱਕ ਗਿਆ। ਕੀ ਮੁੱਕ ਗਿਆ ਕਿ ਪੁਰਾਣੇ ਹੁਣ ਕੁਰਬਾਨੀਆਂ ਦਾ ਸਿਸਟਮ ਰਾਈਜ ਨਹੀਂ ਹੋਏਗਾ ਜਾਂ ਕੁਰਬਾਨੀਆਂ ਨਹੀਂ ਹੋਣਗੀਆਂ, ਪਰ ਹੋਣਗੀਆਂ, ਠੀਕ ਹੈ। ਅਤੇ ਬਾਕੀ ਵੀ ਸ਼ਰੀਅਤ ਦੇ ਕੰਮ ਆਇੰਦਾ ਲਈ ਹੋਣਗੇ, ਅਸੀਂ ਕਹਿੰਦੇ ਨਹੀਂ ਹੋਣਗੇ, ਉਹਦੇ ਹਵਾਲੇ ਲਓ, ਨੋਟ ਕਰ ਲਈਏ। ਕੂਚ, ਐਗਜ਼ੋਡਸ ਚੈਪਟਰ 12 ਵਰਸ 14 ਐਂਡ 24। ਕੂਚ, ਖਰੂਜ 12 ਦੀ 14 ਅਤੇ 24 ਆਇਤ, ਹੈ ਨਾ। ਫਿਰ ਕੂਚ ਇਸੇ ਦੇ ਹਵਾਲੇ ਨੇ, ਖਰੂਜ ਦੇ ਕੁਝ ਲਿਖ ਲਓ। ਕੂਚ 27 ਦੀ 21, ਯਾਨੀ ਐਕਸੋਡਸ, ਠੀਕ ਹੈ, 27 ਦੀ 21। ਅਤੇ ਫਿਰ ਇਸੇ ਦੀ ਕੂਚ ਜਾਂ ਖਰੂਜ 28 ਦੀ 43। ਅਤੇ ਫਿਰ ਕੂਚ ਐਕਸੋਡਸ 30 ਦੀ 21। ਸੋ ਲੇਵੀਆਂ ਜਾਂ ਉਹਨੂੰ ਕਹਿ ਲਓ ਐਬਾਰ, ਲਿਵਿਟਿਕਸ 6 ਦੀ 13 ਆਇਤ, 18 ਆਇਤ ਅਤੇ 22 ਆਇਤ। ਲਿਵਿਟਿਕਸ ਚੈਪਟਰ 6 ਵਰਸ 13, 18 ਐਂਡ 23 ਜੀ। ਫਿਰ ਉਹਦੇ ਬਾਅਦ ਲਿਵਿਟਿਕਸ ਲੇਵੀਆਂ ਦੇ ਲਿਖ ਲਓ 7 ਦੀ 34 ਤੋਂ 36, 10 ਦੀ 9 ਤੋਂ 15 ਅਤੇ 16 ਦੀ 29 ਤੋਂ 31, ਠੀਕ ਹੈ। ਇਸ ਲੇਵੀਆਂ ਐਬਾਰ ਦੀ, ਠੀਕ ਹੈ ਜੀ। ਇਹ ਜਦੋਂ ਖੁਦਾ ਨੇ ਇਹ ਸਾਰੇ ਤੇ ਮੂਸਾ ਨੂੰ ਦੱਸੇ ਸਨ, ਇਹ ਲਾਗੂ ਕੀਤੇ ਸਨ, ਲੇਕਿਨ ਸਵਾਲ ਇਹ ਪੈਦਾ ਹੁੰਦਾ ਸੀ ਕਿ ਉਹਦੇ ਨਾਲ ਅਸਲੀ ਮਸਾਇਆ ਨੂੰ ਤਾਂ ਉਹਨਾਂ ਮੰਨੇ ਨਹੀਂ, ਠੀਕ ਹੈ। ਖੁਦਾ ਨੇ ਇਸਰਾਈਲ ਦਾ ਇੱਕ ਹਿੱਸਾ ਸਖਤ ਕੀਤਾ ਤਾਂ ਜੇ ਜੈਂਟਾਈਲਸ ਜਾਂ ਗੈਰ ਕੌਮਾਂ ਵੀ ਆ ਜਾਣ, ਲੇਕਿਨ ਉਹ ਫਿਰ ਵੀ ਇਹਨੂੰ ਪੂਰਾ ਨਹੀਂ ਕਰ ਸਕੇ। ਬਨੀ ਇਸਰਾਈਲ ਕੌਮ ਦੀ ਅਗਰ ਹਿਸਟਰੀ ਦੇਖੀਏ ਤਾਂ ਫਿਰ ਉਹ ਬੁੱਤਾਂ ਦੀ ਕੁਰਬਾਨੀਆਂ 'ਚ ਤੇ ਪੂਰੀ ਹਿਸਟਰੀ ਪੈ ਗਈ। ਇਸ ਲਈ ਉਹਨਾਂ ਨੇ ਇਹਨੂੰ ਪੂਰੇ ਤੌਰ 'ਤੇ ਨਹੀਂ ਮੰਨਿਆ, ਜਿਹੜਾ ਕਿ ਖੁਦਾ ਦਾ ਹੁਕਮ ਉਹਨਾਂ ਲਈ ਹੈਗਾ ਸੀ। ਅਸਲ ਵਿੱਚ ਗੱਲ ਇਹ ਹੈ ਕਿ ਪਾਪਾਂ ਦੀ ਮਾਫੀ ਦੇ ਲਈ, ਇਹ ਜਿਹੜੀ ਗੁਨਾਹਾਂ ਦੀ ਮਾਫੀ ਦੇ ਲਈ ਨਜਾਤ ਜ਼ਰੀਆ ਨਹੀਂ ਗਾ, ਭਈ ਗੁਨਾਹਾਂ ਦੀ ਮਾਫੀ ਹੋ ਜਾਏ ਤਾਂ ਨਜਾਤ ਮਿਲ ਜਾਂਦੀ ਹੈ। ਜਿਵੇਂ ਕਿ ਪੁਰਾਣੇ ਨੇਮ ਦੇ ਵਿੱਚ ਸੀਗਾ ਕਿ ਇਹਨਾਂ ਚੀਜ਼ਾਂ ਤੋਂ ਨਜਾਤ ਉਹਨਾਂ ਨੂੰ ਨਹੀਂ ਸੀ ਮਿਲਦੀ। ਜਿੰਝ ਅਸੀਂ ਦੇਖਿਆ ਵੀ ਬਲੀਆਂ ਚੜ੍ਹਨੀਆਂ ਨੇ, ਉਹਨਾਂ ਦੇ ਪਾਪ ਮਾਫ ਹੋ ਰਹੇ ਨੇ, ਅਤੇ ਵਕਤੀ ਤੌਰ 'ਤੇ 1 ਸਾਲ ਦੇ ਲਈ ਇਹ ਕੰਮ ਹੁੰਦਾ ਸੀ। ਸੋ ਜਿਸ ਤਰ੍ਹਾਂ ਅਬਰਾਨੀਆਂ ਅਸੀਂ ਇੱਕ ਵਰਸ ਲਿਖੀ ਸੀ ਨਾ, 10 ਦੀ 3, ਅਬਰਾਨੀਆਂ 9 ਦੀ 12 ਤੋਂ 15 ਜੀ, ਅਬਰਾਨੀਆਂ 7 ਦੀ 11 ਦਿਖਾਈ ਗਈ ਸੀ ਜੀ, ਹਾਂ 10 ਦੀ 13 ਲਿਖੀ ਸੀ, 10 ਦੀ 3 ਸੌਰੀ, ਹਾਂਜੀ 3। ਉਹਦੇ ਬਾਅਦ ਇਹ ਕੁਝ ਹੋਰ ਵਰਸਿਸ ਲਿਖ ਲਓ। ਹੁਣ ਤੁਸੀਂ ਉਹੀ ਕਹਿ ਰਹੇ ਦੁਬਾਰਾ? ਉਹ ਇਸ ਲਈ ਦੁਬਾਰਾ, ਕਿਉਂਕਿ ਉਹਦੇ ਵਿੱਚ ਉਹ ਥੋੜ੍ਹਾ ਜਿਹਾ ਬਿਆਨ, ਉਹ ਹਵਾਲੇ ਹੋਰ ਲਿਖ ਲਓ ਜੀ ਕਿ ਅਬਰਾਨੀਆਂ 9 ਦੀ 12 ਤੋਂ 15 ਅਤੇ ਅਬਰਾਨੀਆਂ 11 ਦੀ 4। ਇਹਨਾਂ ਵਿੱਚੋਂ ਅਬਰਾਨੀਆਂ 9 ਦੀ 11 ਦੀ 4 ਜੀ, ਹਿਬਰੂ ਚੈਪਟਰ 11 ਵਰਸ 4, ਅਤੇ ਇਹਦੇ ਵਿੱਚੋਂ ਹਿਬਰੂ 9 ਦੀ 12 ਤੋਂ 15। ਯਾਨੀ ਉਹ ਇਹ ਸਾਰੀਆਂ ਜਿਹੜੀਆਂ ਸਨ, ਇਹਦੇ ਨਾਲ ਉਹਨਾਂ ਦੇ
ਪਰਮਾਨੈਂਟ ਪਾਪ ਮਾਫ ਨਹੀਂ ਸਨ ਹੁੰਦੇ। ਦੇਖੋ ਹੁਣ ਸਵਾਲ ਪੈਦਾ ਹੋ ਰਿਹਾ ਕਿ ਲੋਕ ਕਹਿਣਗੇ ਕਿ ਫਿਰ ਪੁਰਾਣੇ ਨੇਮ ਦੀ ਸੈਲਵੇਸ਼ਨ ਕਿੰਝ ਹੁੰਦੀ ਸੀ। ਉਹ ਮਸਾਇਆ ਉੱਤੇ ਈਮਾਨ ਦੇ ਨਾਲ, ਵਿਸ਼ਵਾਸ ਨਾਲ ਉਹਨਾਂ ਨੂੰ ਮਿਲਦੀ ਸੀ। ਇਹ ਨਹੀਂ ਸੀ ਕਿ ਬੱਕਰੇ ਛਤਰੇ ਦੇ ਦਿਓ ਅਤੇ ਫਿਰ ਤੁਹਾਨੂੰ ਮੁਕਤੀ ਮਿਲ ਜਾਏਗੀ। ਇਹ ਜ਼ਾਹਿਰੀ ਚੀਜ਼ਾਂ ਨਾਲ ਨਹੀਂ ਸੀ, ਠੀਕ ਹੈ। ਉਹ ਵਿਸ਼ਵਾਸ ਦੇ ਨਾਲ ਉਹ ਲੋਕ ਅਬਰਾਨੀਆਂ 11 ਪਾਰਟ ਜਿਹੜਾ ਹੈ, 11 ਚੈਪਟਰ, ਇਹ ਵਿਸ਼ਵਾਸ ਦਾ ਚੈਪਟਰ ਹੈ। ਇਹਨੂੰ ਵੀ ਲਿਖ ਲਓ ਅਤੇ ਬਾਅਦ ਵਿੱਚ ਪੜ੍ਹਨਾ ਜੀ। ਸੋ ਇਹ ਦੇਖੋ ਕਿ ਸਿਰਫ ਵਕਤੀ ਤੌਰ 'ਤੇ ਗੁਨਾਹ ਮਾਫ ਹੁੰਦੇ ਸਨ। ਹਾਂ 9 ਦੀ 12 ਤੋਂ 15 ਪੜ੍ਹਨੀ, 12 ਤੋਂ 15 ਪੜ੍ਹ ਲਓ, ਕਿਉਂਕਿ ਅੱਜ ਵਰਸਸ ਕੁਝ ਘੱਟ ਹੀ ਨੇ ਬਣਾਏ। ਹਾਂਜੀ ਹਾਂਜੀ, ਆਪਾਂ ਪੜ੍ਹਦੇ ਹਾਂ। ਫਿਰ 11 ਦੀ 4 ਵੀ ਪੜ੍ਹ ਦੇਣਾ, ਕੋਈ ਗੱਲ ਨਹੀਂ। ਠੀਕ ਜੀ ਜੀ। ਹਾਂਜੀ, ਆਪਾਂ ਪੜ੍ਹਦੇ ਹਾਂ ਜੀ। ਇਬਰਾਨੀਆਂ 9 ਦੀ 12 ਤੋਂ 15 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਮਸੀਹ ਇੱਕ ਹੀ ਵਾਰ ਪਵਿੱਤਰ ਥਾਂ ਦੇ ਅੰਦਰ ਗਿਆ। ਉਹ ਆਪਣੇ ਨਾਲ ਬੱਕਰੇ ਜਾਂ ਵੱਛੇ ਦਾ ਖੂਨ ਲੈ ਕੇ ਨਹੀਂ ਗਿਆ, ਸਗੋਂ ਆਪਣਾ ਖੂਨ ਲੈ ਕੇ ਗਿਆ। ਹਾਲੇਲੂਇਆ। ਅਤੇ ਉਸਨੇ ਇਸ ਤਰ੍ਹਾਂ ਸਾਡੇ ਲਈ ਅਨੰਤ ਛੁਟਕਾਰਾ ਪ੍ਰਾਪਤ ਕਰ ਲਿਆ। ਹਾਂਜੀ, ਉੱਥੇ ਬੱਕਰੇ ਦੇ ਬਲਦ ਦਾ ਖੂਨ ਅਤੇ ਸੜੇ ਹੋਏ ਵੱਛੇ ਨੂੰ ਦੀ ਸਵਾਹ ਛਿੜਕਣ ਨਾਲ ਸ਼ਾਇਦ ਉਹ ਮਨੁੱਖਾਂ ਜੋ ਰਸਮੀ ਤੌਰ 'ਤੇ ਅਸ਼ੁੱਧ ਅਤੇ ਭ੍ਰਸ਼ਟ ਹਨ, ਸ਼ੁੱਧ ਅਤੇ ਆਜ਼ਾਦ ਹੋ ਸਕਣ। ਜੇਕਰ ਇਹ ਸੱਚ ਹੈ ਤਾਂ ਫਿਰ ਮਸੀਹ ਦਾ ਖੂਨ ਦੁਆਰਾ ਕੀ ਨਹੀਂ ਹੋ ਸਕੇਗਾ। ਕਿਤਨੀ ਗੱਲ ਕਲੀਅਰ ਹੈ। ਹਾਂਜੀ, ਇਸ ਲਈ ਅਰਥਾਤ ਉਸ ਅਨੰਤ ਆਤਮਾ ਦੇ ਦੁਆਰਾ ਜੋ ਉਹ ਆਪਣੇ ਆਪ ਨੂੰ ਪੂਰਨ ਬਲੀ ਦੇ ਰੂਪ ਵਿੱਚ ਪਰਮੇਸ਼ਰ ਸਾਹਮਣੇ ਚੜਾਉਂਦਾ ਹੈ, ਉਸ ਦਾ ਖੂਨ ਸਾਡੇ ਅੰਤःਕਰਨ ਨੂੰ ਸ਼ੁੱਧ ਕਰੇਗਾ ਅਤੇ ਸਾਨੂੰ ਸਾਡੇ ਮਰਨਹਾਰ ਕੰਮਾਂ ਤੋਂ ਆਜ਼ਾਦ ਕਰੇਗਾ ਕਿ ਅਸੀਂ ਜਿਉਂਦੇ ਪਰਮੇਸ਼ਰ ਦੀ ਸੇਵਾ ਕਰੀਏ। ਹਾਂਜੀ, ਅਤੇ 15ਵੇਂ ਅਧ ਵਿੱਚ ਲਿਖਿਆ ਹੈ, ਇਸ ਲਈ ਮਸੀਹ ਨਵੇਂ ਨੇਮ ਦਾ ਵਿਚੋਲਾ ਹੈ ਕਿ ਉਹ ਸਭ ਨੂੰ ਸੱਦੇ ਗਏ ਹਨ ਪਰਮੇਸ਼ਰ ਦੀ ਕੀਤੀ ਪ੍ਰਤਿੱਗਿਆ ਅਨੁਸਾਰ ਅਨੰਤ ਵਿਰਸਾ ਪ੍ਰਾਪਤ ਕਰਨ। ਇਸ ਲਈ ਹੋ ਸਕਦਾ ਹੈ ਕਿਉਂਕਿ ਉਹ ਮੌਤ ਉਹਨਾਂ ਅਪਰਾਧਾਂ ਤੋਂ ਛੁਟਕਾਰਾ ਦੇ ਲਈ ਹੈ ਜੋ ਉਸਨੇ ਉਸ ਸਮੇਂ ਕੀਤਾ ਸਨ ਜਦੋਂ ਉਹ ਪਹਿਲੇ ਨੇਮ ਦੇ ਹੇਠ ਸਨ। ਹਾਂਜੀ ਹਾਂਜੀ, ਠੀਕ ਹੈ ਜੀ। ਹਾਂਜੀ, ਸੋ ਇਹ ਗੱਲ ਬੜੀ ਕਲੀਅਰ ਹੈਗੀ ਹੈ ਕਿ ਜਦੋਂ ਉਹਨਾਂ ਨੇ ਉਹ ਯਿਸੂ ਨੂੰ ਕਬੂਲ ਕਰਨਾ 1000 ਸਾਲਾਂ ਬਾਅਦ ਚਾਹੀ, ਵੈਸੇ ਵੀ ਇਹ ਜਿਹੜੇ 1,44,000 ਹੀ ਹੁੰਦੀ 144,000 ਤੇ 2 ਗਵਾਹ ਮੂਸਾ ਤੇ ਏਲੀਆ ਨੇ ਵੀ ਇਵੈਂਜਲਿਜ਼ਮ ਕਰਨਾ ਹੈ, ਠੀਕ ਹੈ ਨਾ। ਇਹ ਅਸਾਂ ਦੇਖਿਆ ਬੜੀ ਕਲੀਅਰ ਕਿ ਬੜੀ ਦੂਰ ਦੂਰ ਤੱਕ ਉਹਨਾਂ ਯਿਸੂ ਦਾ ਪ੍ਰਚਾਰ ਕਰਨਾ। ਲੇਕਿਨ ਕਹਿਣ ਦਾ ਮਤਲਬ ਇਹ ਵੇ ਕਿ ਇਹ ਚੀਜ਼ਾਂ ਫਿਰ ਜਦੋਂ ਕਬੂਲ ਜੇ ਕਰ ਲਿਆ ਤੇ ਫਿਰ ਕਿਉਂ ਇਹ ਗੱਲਾਂ ਹੋਣਗੀਆਂ। ਇਹ ਇਸ ਲਈ ਕਿ ਪੁਰਾਣੇ ਨੇਮ ਦੇ ਵਿੱਚ ਉਹਨਾਂ ਦੀ ਡੀਪ ਗਹਿਰੀ ਯਾਦਗਾਰੀ ਦੇ ਲਈ ਇਹ ਕਾਇਮ ਇਸ ਲਈ ਕੀਤੀਆਂ ਜਾਣਗੀਆਂ ਕਿ ਜਿਹੜੀਆਂ ਬਲੀਆਂ ਛਲੀਆਂ ਤੁਸੀਂ ਚੜ੍ਹਾ ਰਹੇ ਸੋ, ਆਹ ਮਕਸਦ ਸੀ ਅਸਲ ਵਿੱਚ। ਹਾਂਜੀ, ਇੱਕ ਜਿਹੜੀ ਉਹ ਦੇਖਿਆ ਸੀ ਤੁਸੀਂ ਪੁਰਾਣੇ ਨੇਮ ਦੇ ਵਿੱਚ ਸੀਗੇ, ਉਹ ਕੁਰਬਾਨੀ ਮਿਲਦੀ ਸੀਗੀ ਯਿਸੂ ਤੇ ਵਿਸ਼ਵਾਸ ਮਤਲਬ ਮਸਾਇਆ ਤੇ ਵਿਸ਼ਵਾਸ। ਹਾਂਜੀ, ਅਤੇ ਉਹਨਾਂ ਨੂੰ ਪਤਾ ਸੀਗਾ ਜਿਹੜੀਆਂ ਬਲੀਆਂ ਚਾੜ੍ਹਦੇ ਸੀਗੇ ਜਾਨਵਰਾਂ ਦੀਆਂ, ਉਹ ਵਕਤੀ ਤੌਰ 'ਤੇ ਠੰਡਾ ਕਰਦੀਆਂ ਸੀਗੀਆਂ। ਅਤੇ ਆਪਾਂ ਇਹ ਦੇਖਿਆ ਅਤੇ ਮਸਾਇਆ 'ਤੇ ਵਿਸ਼ਵਾਸ ਰੱਖ ਕੇ ਤਾਂ ਉਹਨਾਂ ਦੀ ਮੁਕਤੀ ਹੁੰਦੀ ਸੀਗੀ, ਹਾਂਜੀ, ਪਾਪ ਮਾਫ ਹੁੰਦੇ ਸੀਗੇ। ਅਤੇ ਫਿਰ ਜਦੋਂ ਉਹ ਕਹਿੰਦੇ ਸੀਗੇ ਮਸਾਇਆ ਨੇ ਆਉਣਾ ਆ, ਜਦੋਂ ਸਮੈਰੀਟਨ ਵੂਮਨ ਵੀ ਜਿਹੜੀ ਉਹਦੇ ਘਰ ਉਹ ਆਪਣੇ ਉੱਥੇ ਖੂਹ 'ਤੇ ਗਏ ਸੀ, ਉਹ ਵੇਟ ਕਰਦੇ ਸੀਗੇ ਮਸੀਹ ਨੇ ਆਉਣਾ ਆ। ਅਤੇ ਸਾਮਰੀ ਔਰਤ ਅਤੇ ਉਹ ਜਿਹੜੇ ਵਿਸ਼ਵਾਸ ਕਰਦੇ ਸੀਗੇ ਮਸੀਹ ਨੇ ਆਉਣਾ ਆ, ਕ੍ਰਾਈਸਟ ਨੇ ਆਉਣਾ, ਕੀ ਉਹ ਦੇਖਦੇ ਸੀਗੇ ਉਹ ਸਾਡੀ ਪਾਪਾਂ ਦੀ ਬਲੀ ਦੇ ਲਈ ਆਉਣਾ ਆ ਤਾਂ ਪਰ ਜਾਂ ਉਹ ਵਿਸ਼ਵਾਸ ਕਰਦੇ ਸੀਗੇ ਵੀ ਇੱਥੇ ਉਹਨੇ ਸਾਡੇ ਰਾਜ ਕਰਨ ਆਉਣਾ ਆ। ਦੇਖੋ ਇਹ ਬੜਾ ਡੀਪ ਸਵਾਲ ਹੈ। ਹਾਂਜੀ, ਅਸਲ ਵਿੱਚ ਪ੍ਰਭੂ ਯਿਸੂ ਮਸੀਹ ਦੇ ਚੇਲੇ ਜਿਹੜੇ 3.5 ਸਾਲ ਰਹੇ ਸਨ ਨਾ, ਉਹ ਜਦੋਂ ਆਖਰੀ ਹਫਤਾ ਸੀ, ਉਹ ਜਿਹਨੂੰ ਪਾਮ ਸੰਡੇ ਕਹੀਦਾ, ਯਰੂਸ਼ਲਮ ਦੇ ਵਿੱਚ ਉਹ
ਗਧੇ ਉੱਤੇ ਬੈਠ ਬਹਿ ਕੇ ਕੇ, ਆਏ। ਗਧੇ ਦੇ ਬੱਚੇ ਉੱਤੇ, ਤੇ ਉਹ ਸਮਝ ਰਹੇ ਸਨ ਲਓ ਜੀ ਰਾਜ ਆ ਗਿਆ, ਰਾਜ ਆ ਗਿਆ। ਇਹ ਉਹ ਜਿਹੜੇ ਯਿਸੂ ਦੇ ਨਾਲ ਹੋ ਕੇ ਵੀ ਨਹੀਂ ਸਮਝ ਰਹੇ, Yeah. ਉਹਨਾਂ ਨੂੰ ਪਤਾ ਸੀ ਐਕਚੁਅਲੀ ਯਹੂਦੀਆਂ ਦਾ ਕਨਸੈਪਟ ਮਸਾਇਆ ਲਈ ਇਹ ਸੀ ਕਿ ਉਹ ਜਦੋਂ ਆਏਗਾ ਨਾ, ਉਹਦੇ ਹੱਥ 'ਚ ਸੋਟਾ ਹੋਣਾ ਲੋਹੇ ਦਾ, ਉਹਨੇ ਸਾਰੀਆਂ ਕੌਮਾਂ ਨੂੰ ਮਾਰ ਕੇ ਸਾਡੇ ਅਧੀਨ ਕਰ ਦੇਣਾ, ਅਸੀਂ ਉਹਨਾਂ 'ਤੇ ਹੁਕੂਮਤ ਕਰਨੀ। ਇੱਥੇ ਜਦੋਂ ਉਹਨਾਂ ਵੇਖਿਆ ਇਹ ਤੇ ਬਾਦਸ਼ਾਹ ਦੀ ਤਰ੍ਹਾਂ ਜਾ ਰਿਹਾ, ਚੇਲਿਆਂ ਦੀ ਗੱਲ ਕਰ ਰਹੇ ਹਾਂ ਹੁਣ, ਉਹ ਫਿਰ ਰੈਫਰੈਂਸਿਸ ਬੜੇ ਲੰਬੇ ਹੋ ਜਾਣ। ਉਹਨਾਂ ਕਿਹਾ ਲਓ ਜੀ ਹੁਣ ਅਸੀਂ ਨਾਲ ਸਾਨੂੰ ਵੀ ਕੋਈ ਮਿਨਿਸਟਰੀ ਲੱਭ ਜਾਣੀ ਹੈ, ਔਰ ਉਹ ਵੀ ਨਾਲ ਬੜੇ ਆਕੜ ਕੇ ਫਿਰ ਰਹੇ ਸਨ ਕਿ ਉਹ ਤੇ ਜਦੋਂ ਫੜਿਆ ਗਿਆ ਤੇ ਉਹ ਬਾਅਦ ਵਿੱਚ ਵਚਨ ਵਿੱਚ ਲਿਖਿਆ, ਉਹਨਾਂ ਨੂੰ ਯਾਦ ਆਇਆ ਯਾਰ ਇਹ ਤੇ ਗੱਲਾਂ ਉਹ ਸਾਡੇ ਨਾਲ ਕਰਦਾ ਰਿਹਾ, ਤੇ ਇਹ ਹੀ ਗੱਲਾਂ ਤੇ ਵਚਨ ਵਿੱਚ ਲਿਖੀਆਂ ਨੇ, ਉਹ ਬਾਅਦ ਵਿੱਚ ਉਹਨਾਂ ਦੀ ਅਕਲ ਖੁੱਲੀ। ਸੋ ਇਹ ਇਸ ਲਈ ਅੰਦਾਜ਼ਾ ਲਓ ਮੁਰਦੇ ਜ਼ਿੰਦਾ ਕਰ ਰਹੇ ਸਾਰੀ ਜਗ੍ਹਾ ਯਿਸੂ ਦੇ। ਇਸ ਲਈ ਇਹ ਭੇਤ ਉਦੋਂ ਖੁੱਲ੍ਹਣਾ ਜਦੋਂ ਲਿਖਿਆ ਦਾ ਰੋਮੀਆਂ 11 ਚੈਪਟਰ ਵਿੱਚ ਕਿ ਉਹਨਾਂ ਦਾ ਇੱਕ ਹਿੱਸਾ ਸਖਤ ਕਰ ਦਿੱਤਾ। ਹੁਣ ਜਨਾਬ ਹੁਣ ਉਹ ਔਰਤ ਤੇ ਦੁਬਾਰਾ ਆ ਜਾਈਏ, ਉਹ ਔਰਤ ਕਹਿਣ ਲੱਗੀ ਉਹ ਇਹ ਅਸਤੂਤਾ ਹੈ, ਇਹ ਤੇ ਉਹੀ ਹੈ, ਇਹ ਤੇ ਉਹੀ ਹੈ। ਉਹ ਗਈ ਪੂਰੇ ਪਿੰਡ ਨੂੰ ਵਾਪਸ ਲੈ ਆਈ। ਸੌਰੀ ਮੈਂ ਥੋੜਾ ਜਿਹਾ ਹੋਰ ਥੋੜਾ ਇਹਨੂੰ ਗਹਿਰਾ ਕਰਦੇ ਹਾਂ ਜੀ, ਸ਼ਾਇਦ ਟੌਪਿਕ ਤੋਂ ਥੋੜਾ ਬਾਹਰ। ਕੋਈ ਗੱਲ ਨਹੀਂ, ਸਾਡੇ ਕੋਲ ਟਾਈਮ ਬੜਾ ਹੈ। ਤੇ ਆਪਾਂ ਜਿਹੜਾ ਹੁਣ ਅੱਜ ਮੁਕਤੀ ਪਾਉਂਦੇ ਹਾਂ, ਸੈਲਵੇਸ਼ਨ ਪਾਉਂਦੇ ਹਾਂ, ਆਪਾਂ ਇਸ ਤਰ੍ਹਾਂ ਪਾਉਂਦੇ ਕਿ ਯਿਸੂ ਨੇ ਸਾਡੇ ਪਾਪ ਚੱਕ ਲਏ ਸੂਲੀ 'ਤੇ। ਹਾਂਜੀ, ਤੇ ਪੁਰਾਣੇ ਨੇਮ ਦੇ ਜਿਹੜੇ ਯਹੂਦੀ ਸੀਗੇ, ਜੇ ਉਹ ਮਸਾਇਆ 'ਤੇ ਆਉਂਦਾ ਵਿਸ਼ਵਾਸ ਕਰਦੇ ਸੀਗੇ ਚੱਕਦੇ, ਪਰ ਉਹ ਇਸ ਗੱਲ ਦਾ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਸਾਡੇ ਉਹਨੇ ਪਾਪ ਚੱਕਣੇ ਆ। ਇਸ ਗੱਲ ਦਾ ਨਹੀਂ ਸੀ ਵਿਸ਼ਵਾਸ। ਉਹ ਕਹਿੰਦੇ ਸੀਗੇ ਉਹ ਸਾਡੇ ਲਈ ਸਾਨੂੰ ਇਹ ਰਾਜ ਦਿਲਾਏਗਾ। ਤੇ ਜੇ ਉਹ ਇੱਦਾਂ ਹੀ ਵਿਸ਼ਵਾਸ ਕਰਦੇ ਸੀਗੇ ਤਾਂ ਫਿਰ ਉਹ ਕਿੱਦਾਂ ਮੁਕਤੀ ਪਾ ਸਕਦੇ? ਦੇਖੋ ਜੀ, ਯਸਾਇਆ 53 ਬਾਬ ਇਸੇ ਲਈ ਲਿਖ ਦਿੱਤਾ ਗਿਆ ਹੈ। ਯਸਾਇਆ ਪੁਰਾਣਾ ਉਹਨਾਂ ਦਾ ਸੀ ਕਿ ਯਿਸੂ ਦੇ ਬਾਰੇ ਦੇ ਵਿੱਚ ਉਹਨੇ ਭਵਿੱਖਬਾਣੀ ਕੀਤੀ ਹੈ ਕਿ ਇਹ ਉਹ ਲੈ ਲੈ। ਯੂਹੰਨਾ ਬਪਤਿਸਮਾ ਦੇਣ ਵਾਲਾ ਆਪਣੇ 2 ਚੇਲਿਆਂ ਨਾਲ ਖਲੋਤਾ ਤੇ ਯਿਸੂ ਨੂੰ ਕਹਿੰਦਾ ਇਹ ਜੇ ਅਸਲ ਵਿੱਚ ਪਰਮੇਸ਼ਵਰ ਦਾ ਲੇਲਾ ਜਿਹੜਾ ਦੁਨੀਆ ਦੇ ਪਾਪ ਚੁੱਕੀ ਜਾਂਦਾ ਹੈ। ਪਤਾ ਹੈਗਾ ਸੀ ਉਹਦੇ ਤੇ ਪਵਿੱਤਰ ਆਤਮਾ ਸੀਗਾ ਯੂਹੰਨਾ ਬਪਤਿਸਮਾ ਦੇਣ ਵਾਲਾ, ਤੇ ਉਹਨੂੰ ਤਾਂ ਪਤਾ ਸੀਗਾ, ਪਤਾ ਲੱਗੇ। ਤੇ ਇਜ਼ਾਇਆ ਦੇ ਵਿੱਚ ਲਿਖਿਆ ਹੈ, ਪਵਿੱਤਰ ਆਤਮਾ ਨੇ ਲਿਖਵਾਇਆ ਆ। ਤੇ ਆਮ ਯਹੂਦੀ ਜਿਹੜੇ ਸੀਗੇ ਉਹਨਾਂ ਨੂੰ ਨਹੀਂ ਸੀਗਾ ਪਤਾ। ਉਹ ਤਾਂ ਸਿਰਫ ਵਿਸ਼ਵਾਸ ਕਰਦੇ ਸੀ ਮਸਾਇਆ ਨੇ ਆਉਣਾ ਹੈ ਤੇ ਸਾਨੂੰ ਰਾਜ ਦਿਲਾਊਗਾ। ਤੇ ਜੇ ਉਹ ਉੱਦਾਂ ਵਿਸ਼ਵਾਸ ਕਰਕੇ ਉਹ ਮੁਕਤੀ ਉਹਨਾਂ ਨੂੰ ਮਿਲ ਸਕਦੀ ਸੀ? ਦੇਖੋ ਇਹ ਹੀ ਤੇ ਉਹਨਾਂ ਦੇ ਵਿਸ਼ਵਾਸ ਨਾਲ ਮਸਾਇਆ ਉੱਤੇ, ਜਿਹੜਾ ਮਸਾਇਆ ਦਾ ਨਾਂ ਲਏਗਾ ਉਹ ਮੁਕਤੀ ਪਾਏਗਾ। ਓਕੇ, ਉਹਨਾਂ ਦਾ ਇਹ ਸੀ। ਲੇਕਿਨ ਉਹ ਮੁਕਤੀ ਲੱਭਣ ਦਾ ਜਿਹੜਾ ਹੈ ਨਾ ਤਰੀਕਾ ਕੀ ਹੈ? ਰੋਮੀਆਂ 10 ਉਹਦੀ 9ਵੀਂ ਤੇ 10ਵੀਂ ਆਇਤ ਵਿੱਚ ਕਿ ਇਹ ਵਿਸ਼ਵਾਸ ਕਰਨਾ, ਪਹਿਲਾ ਕਰੰਥੀਆਂ 15 ਦੀ ਪਹਿਲੀ 4 ਆਇਤਾਂ, ਇਹ ਗੁੱਡ ਨਿਊਜ਼ ਕੀ ਹੈ? ਇਹ ਇਕਰਾਰ ਕਰਨਾ ਮੂੰਹ ਦੇ ਨਾਲ, ਯਿਸੂ ਮੇਰੇ ਪਾਪਾਂ ਦੀ ਖਾਤਰ ਮਰਿਆ, ਗਾੜਿਆ ਗਿਆ, ਦਫਨ ਹੋਇਆ, ਤੀਸਰੇ ਦਿਨ ਮੁਰਦਿਆਂ ਵਿੱਚੋਂ ਜੀ ਉੱਠਿਆ। ਇਹਦੇ ਨਾਲ ਮੁਕਤੀ ਲੱਭਦੀ ਜੀ। ਇਸ ਤਰ੍ਹਾਂ ਹੁੰਦਾ। ਤੇ ਉਹ ਤਾਂ ਮੈਂ ਜਿਹੜਾ ਪੁੱਛਿਆ ਸੀਗਾ ਸਾਰਾ ਬੈਕਗਰਾਉਂਡ ਆਉਣਾ ਸੀ, ਪਰ ਫਿਰ ਉਹ ਕਿਸ ਤਰ੍ਹਾਂ ਫਿਰ ਪੁਰਾਣੇ ਨਿਯਮ ਦੇ ਫਿਰ ਕਿਸ ਤਰ੍ਹਾਂ ਕਹਿੰਦੇ ਸੀ ਯਿਸੂ ਤੇ ਵਿਸ਼ਵਾਸ ਕਰਕੇ? ਯਿਸੂ ਤੇ ਵਿਸ਼ਵਾਸ ਕਰਨ ਦਾ ਮਤਲਬ ਸੌਰੀ ਯਿਸੂ ਨਹੀਂ, ਕ੍ਰਾਈਸਟ ਤੇ ਮਸੀਹ ਤੇ ਯਿਸੂ ਤੇ ਉਹਦਾ ਦੁਨਿਆਵੀ ਨਾਂ ਹੈ ਮਸਾਇਆ। ਉਹ ਤੇ ਯਿਸੂ ਨੂੰ ਉਹ ਤੇ ਇੱਕ ਸਰੀਰ ਹੈ, ਇਬਰਾਨੀਆਂ 10 ਦੀ 5 ਤੋਂ ਉਹਦੇ 'ਚ ਉਹਨਾਂ ਦਾ ਇਹ ਸੀ ਕਿ ਵਿਸ਼ਵਾਸ ਦੇ ਨਾਲ ਅਗਰ ਇਹ ਇਨ ਡਿਟੇਲ ਅਗਰ ਤੁਸੀਂ ਇਹਨੂੰ ਜਾਓ ਤੇ ਇਬਰਾਨੀਆਂ 11 ਪਾਰਟ ਦੇ ਵਿੱਚ ਇਹ ਵਿਸ਼ਵਾਸ ਦਾ ਚੈਪਟਰ ਹੈ। ਇਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਵਿਸ਼ਵਾਸ ਦੇ ਨਾਲ ਹੀ ਇਬਰਾਹਿਮ ਨੂੰ ਮੁਕਤੀ ਮਿਲੀ। ਹੁਣ ਵਿਸ਼ਵਾਸ ਦੇ ਨਾਲ ਹੀ ਇਹ ਬਾਕੀ ਚੇਲੇ ਜਿਹੜੇ 12 ਸਨ, ਉਹ ਯਿਸੂ ਤੇ ਵਿਸ਼ਵਾਸ ਲਿਆਂਦਾ ਸੀ। ਉਹਨਾਂ ਨੇ ਵਿਸ਼ਵਾਸ ਲਿਆਂਦਾ, ਠੀਕ ਹੈ। ਜਦੋਂ ਯਿਸੂ ਨੇ ਕਿਹਾ ਯਾਰ ਮੇਰੇ ਮੁਤਲਕ ਲੋਕ ਕੀ ਕਹਿੰਦੇ, ਤੇ ਉਹ ਕਿਸੇ ਨੇ ਕਿਹਾ ਜੀ ਉਹ ਪੁਰਾਣੇ ਨਬੀਆਂ ਵਿੱਚੋਂ ਵੇ, ਏਲੀਆ ਵੇ, ਫਲਾਣਾ। ਉਹਨੇ ਕਿਹਾ ਉਹਨਾਂ ਨੂੰ ਛੱਡੋ, ਤੁਸੀਂ ਕੀ ਕਹਿੰਦੇ ਹੋ? ਕੋਈ ਨਹੀਂ ਬੋਲਿਆ। ਪਤਰਸ ਕੀ ਬੋਲਿਆ?
ਤੂੰ ਪਰਮੇਸ਼ਵਰ ਦਾ ਪੁੱਤ। ਉਹਨੇ ਕਿਹਾ ਓਏ ਇਹ ਗੱਲ ਤੈਨੂੰ ਮੇਰੇ ਪਿਤਾ ਤੋਂ ਆਈ ਹੈ। ਸੋ ਵਿਸ਼ਵਾਸ ਰੱਖਦਿਆਂ ਹੋਇਆਂ ਵੀ ਉਹ ਨਾਲ ਟੁਰਦੇ ਰਹੇ। ਪਵਿੱਤਰ ਆਤਮਾ ਨੂੰ ਉਹਨਾਂ ਦੇ ਅੰਦਰ ਨਹੀਂ ਗਾ ਸੀ, ਯਾਨੀ ਓਲਡ ਟੈਸਟਮੈਂਟ ਦੇ ਵਿੱਚ ਵਿਸ਼ਵਾਸ ਨਾਲ ਉਹ ਸ਼ਾਮਲ ਸਨ। ਜਿੰਨੀ ਦੇਰ ਤੱਕ ਯੋਹੰਨਾ 20 ਉਹਦੀ 20 ਤੋਂ 22 ਆਇਤ ਦੇ ਵਿੱਚ ਉਹਨੇ ਰੂਹ ਫੂਕਿਆ, ਉਦੋਂ ਜਦੋਂ ਜੀ ਉੱਠੇ ਯਿਸੂ ਨੂੰ ਵੇਖਿਆ। ਅੱਛਾ ਜੇ ਸੌਰੀ ਲੰਬਾ ਹੋ ਜਾਂਦਾ ਜੀ। ਨਹੀਂ ਕੋਈ ਗੱਲ ਨਹੀਂ। ਤੇ ਉਹ ਨਾਲ ਹੁੰਦਿਆਂ ਹੋਇਆਂ ਵੀ ਉਹ ਨਹੀਂ ਸਮਝ ਸਕੇ ਵੀ ਉਹ ਜਦੋਂ ਫਿਰ ਉਹ ਯਿਸੂ ਮਰ ਗਿਆ, ਹਾਂਜੀ, ਤੀਸਰੇ ਦਿਨ ਹਾਲੇ ਜੀ ਉਹ ਵਿਚਾਲੇ ਕਹਿੰਦੇ ਸੀ ਸਾਡਾ ਤਾਂ ਸਾਰਾ ਕ੍ਰਿਸਚੀਅਨਿਟੀ ਖਤਮ ਹੋ ਗਈ। ਨਹੀਂ, ਉਹ ਕਹਿੰਦੇ ਸਾਡਾ ਤਾਂ ਕੰਮ ਹੀ ਖਤਮ ਹੋ ਗਿਆ ਸੀ ਕਿ ਅਸੀਂ ਇਹ ਮਸਾਇਆ ਆ, ਇਹ ਸਾਨੂੰ ਰਾਜ ਦਵਾਊਗਾ। ਇਹ ਪਤਰਸ ਨੇ ਕਿਹਾ ਵੀ ਤੂੰ ਪਰਮੇਸ਼ਰ ਦਾ ਪੁੱਤ ਆ, ਕ੍ਰਾਈਸਟ ਆ, ਮਸਾਇਆ ਆ। ਉਹ ਕਹਿੰਦੇ ਸਾਨੂੰ ਰਾਜ ਦਵਾ ਫਟਾਫਟ, ਕਦੋਂ ਹੋਏਗਾ ਕਦੋਂ ਹੋਏਗਾ, ਹਾਂਜੀ। ਪਰ ਉਹਨੂੰ ਨਹੀਂ ਸੀ ਪਤਾ, ਨਹੀਂ ਪਹਿਲਾਂ ਮਰਨਾ ਆ ਸਾਡੇ ਪਾਪਾ। ਉਸ ਗੱਲ ਦਾ ਤਾਂ ਇਹਨਾਂ ਨੂੰ ਨਹੀਂ ਪਤਾ ਜਿਹੜੇ ਪੁਰਾਣੇ ਨਿਯਮ ਦੇ ਜਿਸੇ ਉਹਨਾਂ ਨੂੰ ਕਿਸ ਤਰ੍ਹਾਂ ਐਗਜ਼ੈਕਟਲੀ। ਤੇ ਜਦੋਂ ਉਹ ਉਸ ਯਿਸੂ ਨੂੰ ਵੇਖਣਗੇ, ਮਸਾਇਆ ਨੂੰ, ਫਿਰ ਯਕੀਨ ਲਿਆਣਗੇ ਹੋਏ ਅਸੀਂ ਤੇ ਭੁੱਲੇ ਹੀ ਸਾਂ। ਇਸ ਲਈ ਫਿਰ ਇਹ ਕੁਰਬਾਨੀਆਂ ਦੱਸਣਗੀਆਂ। ਹੁਣ ਉਹ ਡਾਇਰੈਕਸ਼ਨ ਚੇਂਜ ਹੋ ਜਾਏਗੀ ਯਿਸੂ ਲਈ। ਓਏ ਧੰਨਵਾਦ ਦੀਆਂ ਭੇਡਾਂ ਚੜਾਓ, ਇਹ ਕੀ ਧੰਨਵਾਦ ਦੀਆਂ ਭੇਡਾਂ ਚੜਾਓ। ਸੋ ਬਹੁਤ ਹੀ ਪਾਵਰਫੁਲ ਹੈ। ਕਿਆ ਬਾਤ, ਕਿਆ ਨਹੀਂ, ਇਹ ਬਹੁਤ ਜ਼ਰੂਰੀ ਸੀ। ਸੋ ਇਹ ਦੇਖੋ ਜੀ, ਇਹ ਜਿਹੜੀਆਂ ਹੁਣ ਅਸਲ ਵਿੱਚ ਇਹ ਵਕਤੀ ਤੌਰ ਤੇ ਉਹਨਾਂ ਦੇ ਪਾਪ ਮਾਫ ਹੁੰਦੇ ਸਨ। ਹੁਣ ਪੁਰਾਣੇ ਨੇਮ ਦੀਆਂ ਗਹਿਰੀ ਯਾਦਗਾਰੀ ਦੇ ਲਈ ਇਹ ਕਾਇਮ ਰਹਿਣਗੀਆਂ। ਜਿਵੇਂ ਕਿ ਅਸੀਂ ਵੀ ਜੇ ਜ਼ਿਕਰ ਹੋ ਗਿਆ ਸੀ ਹੋਲੀ ਕਮਿਊਨੀਅਨ ਕਿਉਂ ਲੈਂਦੇ ਹਾਂ? ਇਸ ਲਈ ਕਿ ਯਿਸੂ ਨੇ ਸਾਡੀ ਖਾਤਰ ਜਾਨ ਦਿੱਤੀ ਤੇ ਉਹਦੇ ਆਉਣ ਦੀ ਤਿਆਰੀ ਦੇ ਲਈ, ਠੀਕ ਹੈ। ਹੋਲੀ ਕਮਿਊਨੀਅਨ ਦੇ ਹੀ ਹੈ, ਇਹ ਮੇਰਾ ਖੂਨ ਹੈ ਜਿਹੜਾ ਤੁਹਾਡੇ ਤੇ ਬਹੁਤਾਂ ਦੇ ਪਾਪਾਂ ਦੀ ਖਾਤਰ ਵਹਾਇਆ ਗਿਆ। ਇਹ ਮੇਰਾ ਸਰੀਰ ਰੋਟੀ ਨੂੰ ਤਰਸਾਉਂਦੇ ਆ ਜ਼ਾਹਿਰੀ ਤੌਰ ਤੇ, ਠੀਕ ਹੈ। ਉਸ ਚੀਜ਼ ਨੂੰ ਕਰਨੇ ਆ। ਤੇ ਫਿਰ ਬਪਤਿਸਮਾ ਲੈਂਦੇ ਆ। ਯਾਰ ਜੀ ਯਿਸੂ ਸਾਡੇ ਪਾਪਾਂ ਦੀ ਖਾਤਰ ਮਰਿਆ, ਰੋਮੀਓ 6 ਪਾਰਟ ਵਿੱਚ, ਹੈ ਨਾ। ਇਹ ਜਿਹੜਾ ਪਹਿਲਾ ਕਰੰਥੀਆਂ 10 ਦੀ ਪਹਿਲੀ 4 ਆਇਤਾਂ 'ਚ ਨਹੀਂ ਹੈ ਕਿ ਉਹ ਸਾਡੇ ਗੁਨਾਹਾਂ ਦੀ ਖਾਤਰ ਮਰਿਆ, ਦਫਨ ਹੋਇਆ, ਜੀ ਉੱਠਿਆ। ਜਿਹੜਾ ਅਸੀਂ ਮੂੰਹ ਤੋਂ ਇਕਰਾਰ ਕਰਨੇ ਆ, ਉਹਦਾ ਆਊਟਰ ਸਾਈਨ ਦੇ ਤੌਰ ਤੇ ਜਦੋਂ ਅਸੀਂ ਪਾਣੀ 'ਚ ਖਲੋਨੇ ਆ, ਥੱਲੇ ਜਾਂਦੇ ਹਾਂ, ਜੀ ਯਿਸੂ ਦੇ ਵਿੱਚ ਹੁਣ ਮੈਂ ਮਰ ਗਿਆ, ਦਫਨ ਹੋਇਆ, ਜੀ ਉੱਠਿਆ, ਤਾਂ ਕਿ ਇੱਕ ਨਵਾਂ ਜੀਵਨ ਬਤੀਤ ਕਰਾਂ। ਸੋ ਇਹ ਸਾਡੇ ਲਈ ਇੱਕ ਗਹਿਰੀ ਡੀਪ ਸਪਿਰਿਚੁਅਲ ਤਰੀਕੇ ਨੇ ਜਿਹੜੇ ਅੱਜ ਵੀ ਅਸੀਂ ਇਸਤੇਮਾਲ ਕਰ ਰਹੇ ਹਾਂ। ਗੋ ਇਹ ਜ਼ਾਹਿਰੀ ਨਿਸ਼ਾਨ ਸਾਡੇ ਲਈ ਨੇ ਫਰਜ਼ ਕੀਤਾ। ਇੱਕ ਬੰਦਾ ਹੋਲੀ ਕਮਿਊਨੀਅਨ ਲੈ ਰਿਹਾ ਸਰ, ਇੱਕ ਬੰਦਾ ਬਪਤਿਸਮੇ ਦੀ 500 ਲੈ ਲੈਂਦਾ ਹੈ, ਮੁਕਤੀ ਤੇ ਨਹੀਂ ਲੱਗਦੀ। ਸੋ ਇਹ ਸਾਡੀ ਇੱਕ ਆਗਿਆਕਾਰੀ ਦੀ ਇੱਕ ਜ਼ਾਹਿਰੀ ਨਿਸ਼ਾਨ ਹੈ। ਸੋ ਇਹ ਜਿਹੜਾ ਨਾ ਜਦੋਂ ਮਸੀਹ ਆਏਗਾ ਉਹ ਵੀ ਹੋਲੀ ਕਮਿਊਨੀਅਨ ਵਿੱਚ ਸ਼ਾਮਲ ਹੋਏਗਾ ਜੀ। ਚਲੋ ਪਤਾ ਹੈ, ਵਰਸ ਪੜੋ ਲੂਕਾ 22:16। ਹੁਣ ਦੇਖੋ ਨਾ, ਉਹਨੇ ਕਿਹਾ, ਮੈਂ ਉਹਨਾਂ ਚਿਰ ਨਹੀਂ ਲਾਉਂਗਾ ਇਹ ਦੁਬਾਰਾ, ਕਮਾਲ ਹੀ। ਹਾਂਜੀ ਨਹੀਂ ਪੜੋ ਲੂਕਾ 22:16। ਹਾਂਜੀ, ਇਹ ਹੁਣ ਦੇਖੋ ਨਾ ਜੀ, ਇਹ ਉਦੋਂ ਉਹਨੇ ਕੀਤਾ, ਦੱਸਿਆ। ਔਰ ਇਹ ਉਦੋਂ ਇੱਕ ਕਿਹੜੀ ਗੱਲ ਹੋ ਰਹੀ ਸਰ? 1000 ਸਾਲਾ ਬਾਦਸ਼ਾਹੀ ਦੇ ਰਾਜ ਦੇ ਵਿੱਚ ਹੋਲੀ ਕਮਿਊਨੀਅਨ ਵੀ ਹੋਏਗੀ ਜੀ। ਉਹ ਯਿਸੂ ਲਏਗਾ, ਦੇਗਾ। ਹਾਂਜੀ ਦੇਖੋ। ਤੇ ਇਹ ਹੈਗਾ ਉੱਪਰ ਜਰਾ ਜੀ, ਇਹ ਪ੍ਰਭੂ ਭੋਜ ਦੀ ਸਥਾਪਨਾ ਜਦੋਂ ਯਿਸੂ ਨੇ ਕੀਤੀ, ਨਾਲੇ ਕਰਕੇ ਫਿਰ ਉਹ ਕਹਿੰਦਾ ਹੈ ਨਾ, ਯਿਸੂ ਸੀ ਜਿਹੜਾ ਹੋਲੀ ਕਮਿਊਨੀਅਨ, ਲੂਕਾ 22:16। ਹਾਂਜੀ, ਉਹਦੇ ਵਿੱਚ ਉੱਤੇ ਹੈਡਿੰਗ ਹੈ ਪ੍ਰਭੂ ਭੋਜ ਦੀ ਸਥਾਪਨਾ, ਹੋਲੀ ਕਮਿਊਨੀਅਨ ਜਦੋਂ ਉਹਨੇ ਸ਼ੁਰੂਆਤ ਕੀਤੀ ਹੈ ਨਾ। ਹਾਂਜੀ, ਤੇ ਕੋਈ ਬਿਆਨ ਦੇ ਰਿਹਾ। ਹਾਂਜੀ, ਉੱਥੇ ਇਹ ਕਹਿ ਰਿਹਾ ਯਿਸੂ ਮਸੀਹ ਲੂਕਾ 22:16 ਦੇ ਵਿੱਚ ਕਹਿੰਦਾ, ਮੈਂ ਤੁਹਾਨੂੰ ਇਸ ਬਾਰੇ ਇਹ ਵੀ ਦੱਸਦਾ ਹਾਂ ਕਿ ਮੈਂ ਇਹ ਭੋਜਨ ਅੱਗੇ ਤੋਂ ਤਦ ਤੱਕ ਨਹੀਂ ਖਾਵਾਂਗਾ ਜਦੋਂ ਤੱਕ ਕਿ ਉਸ ਦਾ ਪ੍ਰਯੋਜਨ ਪਰਮੇਸ਼ਰ ਦੇ ਰਾਜ ਵਿੱਚ ਪੂਰਾ ਨਾ ਹੋ ਜਾਵੇਗਾ। ਇਹ ਉੱਥੇ ਲਿਆ ਉਹਨੇ, ਮਤਲਬ ਪਿਆਲਾ ਲਿਆ, ਉੱਪਰ ਇਹ ਗੱਲ ਕਰ ਰਿਹਾ ਹੈਗਾ। ਹਾਂਜੀ, ਸ਼ੁਕਰ ਕਰਕੇ ਪ੍ਰਭੂ ਭੋਜ ਦਾ ਸਮਾਂ ਆ ਗਿਆ। ਯਿਸੂ ਨੇ ਚੇਲਿਆਂ ਨੂੰ ਖਾਣ ਲਈ ਬਿਠਾਇਆ। ਯਿਸੂ ਨੇ ਉਹਨਾਂ ਨੂੰ ਕਿਹਾ, ਮੇਰੇ ਦਿਲ ਦੀ ਇਹ ਖਾਹਿਸ਼ ਸੀ ਕਿ ਦੁੱਖ ਸਹਿਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਭੋਜਨ ਕਰਾਂ। ਹਾਂਜੀ, ਇਹ ਉਹ ਗੱਲ ਕਰ ਰਿਹਾ। ਫਿਰ ਅੱਗੇ ਦੱਸਦਾ, ਯਿਸੂ ਨੇ ਪਿਆਲਾ ਲਿਆ, ਪਰਮੇਸ਼ਰ ਦਾ ਧੰਨਵਾਦ ਕਰਕੇ ਹਾਂਜੀ ਵੰਡਿਆ, ਤੇ ਉਹ ਜਿਹੜਾ ਉਹ ਕਹਿੰਦਾ, ਮੈਂ ਫਿਰ ਦੁਬਾਰਾ ਇਹ ਪਿਆਲਾ ਲਊਂਗਾ
ਆਉਣ ਵਾਲੇ ਉਹਨਾਂ ਚਿਰ ਹਾਂ। ਯਾ ਠੀਕ ਹੈ। ਯਾ ਤੇ ਜਿਸ ਤਰ੍ਹਾਂ ਬਾਈਬਲ ਵਿੱਚ ਲਿਖਿਆ ਹੈ, ਜਿੰਨੀ ਦੇਰ ਤੱਕ ਮੈਂ ਆਪਣੇ ਤੇਜ ਵਿੱਚ ਨਾ ਪਹੁੰਚ ਜਾਵਾਂ, ਪਵਿੱਤਰ ਆਤਮਾ ਨਹੀਂ ਕਰ ਇਸ ਲਈ ਇਹ ਚੀਜ਼ਾਂ ਬਈ ਇਹ ਹਜ਼ਾਰ ਸਾਲਾ ਬਾਦਸ਼ਾਹੀ 'ਚ ਵੀ ਹੌਲੀ ਨਹੀਂ ਹੋਣੀ। ਠੀਕ ਹੈ। ਹਾਂ। ਸੋ ਹੁਣ ਅੱਗੇ ਚੱਲੀਏ ਕਿ ਇਹ ਆਪਾਂ ਕੁਰਬਾਨੀਆਂ ਵੇਖੀਆਂ ਸਨ, ਬਲੀਆਂ। ਹਾਂਜੀ। ਹੁਣ ਇਹ ਵੇਖੀਏ ਕਿ ਕੀ ਯਹੋਵਾ ਪਾਕ ਖੁਦਾ ਦੇ ਲਈ ਈਦਾਂ 20,000 ਸਾਲਾ ਬਾਦਸ਼ਾਹੀ 'ਚ ਮਨਾਈਆਂ ਜਾਣਗੀਆਂ। ਜ਼ਰਾ ਇਹਨੂੰ ਕਲੀਅਰ ਕਰਨਾ। 1000 ਸਾਲਾ ਬਾਦਸ਼ਾਹੀ 'ਚ ਯਹੋਵਾ ਦੇ ਲਈ ਈਦਾਂ ਵੀ ਮਨਾਈਆਂ ਜਾਣਗੀਆਂ। ਹਾਂਜੀ, ਈਦਾਂ। ਠੀਕ ਹੈ। ਈਦਾਂ ਮਨਾਈਆਂ ਜਾਣਗੀਆਂ। ਹਾਂਜੀ। ਇਹ ਜੀ ਦੇਖੋ ਜੀ, ਇਹ ਤਕਰੀਬਨ ਤੋਂ ਮੁਰਾਦ ਹੈ ਕਿ ਉਹ ਸਾਰੀਆਂ ਈਦਾਂ ਜਿਨ੍ਹਾਂ ਦਾ ਜ਼ਿਕਰ ਹਿਸਕੀਏਲ ਤੇ ਜ਼ਕਰਾਇਆ ਨੇ ਆਪਣੀ ਪੁਸਤਕਾਂ 'ਚ ਕੀਤਾ ਹੈ। ਜਿਹੜੇ ਯਹੂਦੀਆਂ ਦੇ ਫੈਸਟੀਵਲ, ਜਿਹੜੇ ਤਿਉਹਾਰ ਆ, ਜਿਹੜੇ ਯਹੂਦੀਆਂ ਦੇ ਦਿਨ ਤਿਉਹਾਰ ਤੁਹਾਡੇ ਜਿਹੜੇ, ਇਹ ਯਿਸੂ ਮਸੀਹ ਜਦੋਂ ਆਪਣੇ ਰਾਜ 'ਚ ਆਏਗਾ, ਕਦੋਂ ਆਏਗਾ? ਹਾਲਾਂਕਿ ਪਿਤਾ ਦਾ ਸ਼ੇਅਰ ਕਰ ਰਿਹਾ ਨਾ ਸਗਾਸ਼ਨ। ਜਦੋਂ 1000 ਸਾਲਾ ਬਾਦਸ਼ਾਹੀ ਦੇ ਵਿੱਚ ਖੁਦਾਵੰਦ ਯਿਸੂ ਮਸੀਹ ਆਪਣੇ ਥਰੋਨ, ਆਪਣੇ ਤਖਤ ਉੱਤੇ ਆਏਗਾ, ਉਹਦੇ ਦਰਮਿਆਨ, ਉਹਦੇ ਵਿੱਚ ਵੀ ਇਹ ਈਦਾਂ ਮਨਾਈਆਂ ਜਾਣਗੀਆਂ। ਕਿਹੜੀਆਂ ਮਨਾਈਆਂ ਜਾਣਗੀਆਂ? ਇਸ ਲਈ ਇਹ ਅਸੀਂ ਪਹਿਲੇ ਜ਼ਿਕਰ ਕੀਤਾ ਹੈ ਕਿ ਇਹ ਈਦਾਂ ਤੇ ਆਫਰਿੰਗਸ ਇਹ ਚਲਦੀਆਂ ਹੀ ਰਹਿਣੀਆਂ ਨੇ ਜੀ। ਇਹ ਚਲਦੀਆਂ ਹੀ ਰਹਿਣੀਆਂ ਨੇ। ਇਹਦਾ ਮਤਲਬ ਕੀ ਹੋ ਗਿਆ? ਬੜੇ ਸਵਾਲ ਉੱਠ ਸਕਦੇ ਨੇ, ਪਰ ਚਲੋ ਕਿਹੜੀਆਂ ਈਦਾਂ ਮਨਾਈਆਂ ਜਾਣਗੀਆਂ? 7 ਈਦਾਂ। ਨੰਬਰ 1 ਪਾਸ ਓਵਰ, ਉਹ ਤੇ ਆਫਰਿੰਗ ਸੀਗੀ। ਇਹ ਪਾਸ ਓਵਰ ਯਾਨੀ ਈਦ ਫਸਾ। ਇਹਦੇ ਰੈਫਰੈਂਸ ਹਿਜ਼ਕੀਏਲ ਚੈਪਟਰ 45 ਵਰਸ 21, ਹਿਜ਼ਕੀਏਲ 45 ਦੀ 21 ਤੇ ਕ੍ਰਾਸ ਰੈਫਰੈਂਸ ਦਾ ਹਿਜ਼ਕੀਏਲ 45 ਦੀ 21 ਤੇ ਕ੍ਰਾਸ ਰੈਫਰੈਂਸ ਲਿਖ ਲਓ ਇਹਦੇ। ਫਿਰ ਅਸੀਂ ਇਹਨੂੰ ਸਟੱਡੀ ਪੂਰਾ ਲੇਵੀਆਂ 23 ਚੈਪਟਰ ਸਾਰਾ, ਲਿਵਿਟਿਕਸ 23 ਸਾਰਾ ਚੈਪਟਰ। ਫਿਰ ਅੱਗੇ ਜੀ ਕੂਚ यानी खरूज, लिविटिकस ही है ना खरूज? नहीं, वो हैगा कूच। लिविटिकस नहीं, मैं अगला लिविटिकस लेवियां लिविटिकस दी तुसी लिख ली है। हुन एक्सोडस दी एक्सोडस कूच। हां जी, 12 चैप्टर पूरा। फिर पहला करंथियां 5 ਦੀ 7। ਇਹ ਥੋੜਾ ਜਿਹਾ ਨਵੇਂ ਨੇਮ ਦਾ ਵੀ ਇੱਕ ਹੋ ਜਾਏ। ਇਹਨੂੰ ਪੜ੍ਹ ਦਿਓ। ਪਹਿਲਾ ਕਰੰਥੀਆਂ 5 ਦੀ 7 ਜੀ। ਜੀ ਓਕੇ ਜੀ। ਪਹਿਲਾ ਕਰੰਥੀਆਂ 5 ਦੀ 7 ਦੇ ਵਿੱਚ ਕੀ ਦੇਖੋ? ਹਾਂਜੀ, ਇੱਦਾਂ ਲਿਖਿਆ ਹੈ 5 ਦੀ 7। ਪਹਿਲਾ ਕਰੰਥੀਆਂ 5 ਦੀ 7 'ਚ ਲਿਖਿਆ, ਤੁਸੀਂ ਆਪਣੇ ਵਿੱਚੋਂ ਪੁਰਾਣਾ ਖਮੀਰ ਸਾਫ਼ ਕਰੋ ਕਿ ਤੁਸੀਂ ਨਵੇਂ ਆਟੇ ਦੀ ਤੌਣ ਬਣੋ, ਅਰਥਾਤ ਬਿਨਾਂ ਖਮੀਰ ਤੋਂ ਜੋ ਕਿ ਤੁਸੀਂ ਹੋ। ਸਾਰਾ ਪਸਾਹ ਦਾ ਤਿਉਹਾਰ ਸ਼ੁਰੂ ਹੋ ਚੁੱਕਾ ਹੈ। ਸਾਡਾ ਪਸਾਹ ਦਾ ਤਿਉਹਾਰ ਸ਼ੁਰੂ ਹੋ ਚੁੱਕਾ ਹੈ, ਕਿਉਂਕਿ ਪਸਾਹ ਦੀ ਕੁਰਬਾਨੀ ਦਿੱਤੀ ਜਾ ਚੁੱਕੀ ਹੈ, ਅਰਥਾਤ ਮਸੀਹ ਆਪ। ਹਾਂਜੀ, ਠੀਕ ਹੈ। ਇਹ ਇਸ ਲਈ ਮਨਾਣਗੇ, ਉਹਦੇ ਲਈ ਮਨਾਣਗੇ। ਹੁਣ ਇਹਨਾਂ ਨੂੰ ਸਮਝ ਆਣੀ ਹੈ ਇਹ ਕੀ ਕਰਦੇ ਰਹੇ ਆ। ਅੱਛਾ, ਇਹ ਮਤਲਬ ਉਹ ਇੱਕ ਰਸਮੀ ਤੌਰ 'ਤੇ ਮਨਾਓਗੇ। ਰਸਮੀ ਯਿਸੂ ਹੋਣਾ। ਹਾਂ, ਜਿੱਦਾਂ ਹੁਣ ਆਪਾਂ ਰਸਮੀ ਤੌਰ 'ਤੇ ਉਹ ਲੈਂਦੇ ਹਾਂ ਕਿ ਯਿਸੂ ਨੇ ਸਾਡੇ ਲਈ ਆਹ ਕੀਤਾ, ਪਾਕ ਭੋਜਨ ਨੇ ਯਾਦ ਕਰਦੇ ਹਾਂ। ਇਸ ਤਰ੍ਹਾਂ ਉਹ ਯਾਦ ਕਰਦੇ ਰਹਿਣਾ ਆ ਕਿ ਯਿਸੂ ਨੇ ਸਾਡੇ ਲਈ। ਅਸਲੀ ਹੁਣ ਉਹ ਆਣਗੇ, ਅੱਗੇ ਪਤਾ ਨਹੀਂ ਉਹਨਾਂ ਦੇ। ਸੋ ਫਿਰ ਜਿਹਨੂੰ ਬੇਖਮੀਰੀ ਰੋਟੀ ਦੀ ਈਦ ਕਹਿੰਦੇ ਨੇ, ਅਨਲੇਵਨ ਬ੍ਰੈਡ, 11 ਬ੍ਰੈਡ। ਹਾਂਜੀ, ਉਹ 'ਚ ਮਤਲਬ ਉਹਦੇ 'ਚ ਇਹ ਬੇਖਮੀਰੀ ਰੋਟੀ ਦੀ ਈਦ ਦੇ ਇਹ ਵੀ ਮਨਾਈ ਜਾਏਗੀ ਬਈ। ਹਿਜ਼ਕੀਏਲ 45 ਦੀ 21, ਇਜ਼ਕੀਏਲ ਚੈਪਟਰ 45 ਦੀ 21 ਜਿਹੜੀ ਉੱਤੇ ਵੀ ਲਿਖੀ ਹੈ। ਇਹਨੂੰ ਕ੍ਰਾਸ ਰੈਫਰੈਂਸ ਦੇਖ, ਉਹੀ ਆ ਗਿਆ ਲੇਵੀਆਂ, ਲਿਵਿਟਿਕਸ 23 ਚੈਪਟਰ ਪੂਰਾ। ਸੋ ਪਹਿਲਾ ਕਰੰਥੀਆਂ 5 ਦੀ 8 ਇਹਦੇ ਲਈ ਪੜ੍ਹਿਓ ਜ਼ਰਾ। ਉੱਤੇ ਤੇ ਅਸੀਂ ਪੜ੍ਹਿਆ ਨਾ, ਉਹਦੇ ਲਈ
ਪਾਸ ਓਵਰ ਲਈ ਇਹ ਜਿਹੜਾ ਹੈਗਾ ਹੈ, ਇਹ ਜੇ ਬੇਖਮੀਰੀ ਰੋਟੀ ਦੀ ਪਹਿਲਾ ਕਰੰਥਿਆ 5:8 ਜੀ। ਓਕੇ ਜੀ, ਪਹਿਲਾ ਕਰੰਥਿਆ 5:8 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਇਸ ਲਈ ਆਓ ਅਸੀਂ ਪਸਾਹ ਮਨਾਈਏ, ਪਰ ਪਾਪ ਅਤੇ ਬੁਰਾਈ ਨਾਲ ਭਰੇ ਖਮੀਰੀ ਰੋਟੀ ਨਾਲ ਨਹੀਂ, ਸਗੋਂ ਉਸ ਖਮੀਰੀ ਰੋਟੀ ਨਾਲ ਜੋ ਸ਼ੁੱਧ ਅਤੇ ਸੱਚੀ ਹੈ। ਆ ਗਿਆ। ਹਾਂ। ਯਾਨੀ ਅਸਲੀ ਤੇ ਉੱਥੇ ਹੀ ਹੋਣਾ ਹੈ ਨਾ। ਪਰ ਪ੍ਰਭੂ ਯਿਸੂ ਨੇ ਕਿਹਾ ਸੀ ਕਿ ਜੀਵਨ ਦੀ ਰੋਟੀ ਮੈਂ। ਸੋ ਇਹ ਪਾਲੂਸ ਵੀ ਇਨਕਰੇਜ ਕਰ ਰਿਹਾ ਕਿ ਇਹ ਮਨਾਈ ਜਾਏਗੀ। ਠੀਕ ਹੈ। ਅੱਗੇ ਫਿਰ ਤੀਸਰਾ ਆ ਗਿਆ ਫਸਟ ਫਰੂਟਸ, ਜਿਹਨੂੰ ਪਹਿਲੇ ਫਲਾਂ ਦੀ ਈਦ ਕਹਿੰਦੇ ਨੇ, ਹੈ ਨਾ। ਇਹ ਇਜ਼ਕੀਏਲ 44 ਦੀ 30, ਯਾਨੀ ਇਜ਼ਕੀਏਲ 44 ਦੀ 30 ਤੇ ਕ੍ਰਾਸ ਰੈਫਰੈਂਸ ਇਹਨਾਂ ਦੇ ਜ਼ਰੂਰ ਸਟੱਡੀ, ਜਦੋਂ ਆਪਾਂ ਕ੍ਰਾਸ ਰੈਫਰੈਂਸ, ਇਹਨੂੰ ਥੋੜ੍ਹਾ ਜਿਹਾ ਬਿਆਨ ਕਰ ਦਿਓ ਸੁਣਨ ਵਾਲਿਆਂ ਨੂੰ, ਕ੍ਰਾਸ ਰੈਫਰੈਂਸ ਕੀ ਹੈ? ਮਤਲਬ ਇਹ ਹੁਣ ਤਾਂ ਆਉਣ ਵਾਲੇ ਸਮੇਂ ਦੀ ਗੱਲ ਕਰ ਰਹੀ ਹੈ, ਕਿਉਂ ਹੋ ਰਹੀ ਹੈ ਪਿੱਛੇ ਜਦੋਂ ਕਿ ਜਦੋਂ ਪਿੱਛੇ ਇਸ ਕਰਕੇ ਹੋ ਰਹੀ ਹੈ, ਪਿੱਛੇ ਸ਼ੁਰੂਆਤ ਦੇ ਵਿੱਚ ਵੀ ਲੇਵੀਆਂ, ਫਿਰ 23 ਆ ਜਾਏਗਾ ਲਿਵਿਟਿਕਸ, ਹੈ ਨਾ, ਲੇਵੀਆਂ ਐਬਾਰ, ਤੇ ਪਹਿਲਾ ਕਰੰਥੀਆਂ 15 ਦੀ 23। ਲਿਵਿਟਿਕਸ ਕਿੰਨਾ ਜੀ? ਪੂਰਾ ਚੈਪਟਰ 23। ਓਕੇ। ਪਿੱਛੇ ਵੀ 23 ਪੂਰਾ, ਇਹ ਪੂਰਾ ਇਹਦੇ ਵਿੱਚ ਫੁੱਲ ਦੱਸਿਆ ਹੈ ਈਦਾਂ ਦੇ ਬਾਰੇ 'ਚ। ਯਿਸੂ ਨੇ ਖੁਦ ਵੀ ਕਿਹਾ, ਮੈਂ ਸ਼ਰ੍ਹਾ ਨੂੰ ਖਤਮ ਕਰਨ ਨਹੀਂ ਆਇਆ, ਪੂਰਾ ਕਰਨਾ ਹੈ। ਕੀ ਬਾਤ। ਹਾਂਜੀ, ਖਤਮ ਨਹੀਂ ਕੀਤਾ ਨਾ, ਪੂਰਾ ਨਹੀਂ, ਕਰਨਾ। ਇਹ ਜਿਹੜੇ ਖੁਦਾ ਨੇ ਦਿੱਤੇ ਨੇ ਇਹ ਇਟਰਨਿਟੀ ਤੱਕ ਸਨ ਮੋਜ਼ੇ ਤੋਂ। ਹਾਂ, ਤੇ ਪੂਰਾ ਯਿਸੂ ਨੇ ਕਰ ਦਿੱਤਾ। ਹੁਣ ਇਹ ਯਾਦ ਦੇ ਵਿੱਚ ਇਸੇ ਲਈ ਹਿਬਰੂ ਚੈਪਟਰ 7 ਦੇ ਜਿਹੜੇ ਸੀ ਨਾ ਉਹ ਵਰਸਿਸ, ਉਹ ਸਾਨੂੰ ਅਗਰ ਉਹਦੇ 'ਤੇ ਫੋਕਸ ਕਰੀਏ ਤੇ ਅਸੀਂ ਕਹਿੰਦੇ ਸਭ ਖਤਮ ਨਹੀਂ, ਅਸੀਂ ਅੱਗੇ ਦੇਖ ਚੁੱਕੇ ਹਾਂ। ਇਸ ਲਈ ਇਹ ਬਹੁਤ ਲੋਕ ਇਸ ਤਰ੍ਹਾਂ ਕਹਿੰਦੇ ਆ ਜੀ, ਨਹੀਂ, ਫਿਰ ਉਹ ਹਵਾਲੇ ਅਸੀਂ ਦੇਖ ਰਹੇ ਹਾਂ ਤੇ ਅੱਗੇ ਵੀ ਇਹ ਕਲੀਅਰ। ਤੇ ਫਿਰ ਇੱਕ ਫਸਟ ਕਰੰਥੀਅਨਸ ਚੈਪਟਰ 15 ਵਰਸ 23, ਇਹ ਜ਼ਰੂਰ ਪੜ੍ਹ ਦਿਓ, ਕਿਹਦੇ ਬਾਰੇ? ਫਸਟ ਫਰੂਟਸ 15 ਦੀ 23। ਪਹਿਲਾ ਕਰੰਥੀਆਂ 15 ਦੀ 23 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ। ਪਹਿਲਾ ਕਰੰਥੀਆਂ 15 ਦੀ 23 'ਚ ਲਿਖਿਆ ਹੈ, ਪਰ ਸਭ ਆਪਣੀ ਵਾਰੀ ਤੇ ਸਭ ਤੋਂ ਪਹਿਲਾਂ ਮਸੀਹ, ਫਿਰ ਉਸ ਦੇ ਆਉਣ ਤੇ ਸਭ ਓਕੇ ਦੁਬਾਰਾ ਪੜ੍ਹਦਾ ਜੀ। ਪਹਿਲੇ ਫਲ, ਹੈ ਨਾ। ਹਾਂਜੀ। ਪਹਿਲਾ ਕਰੰਥੀਆਂ 15 ਦੀ 23 ਜੀ 23। ਹਾਂਜੀ। ਪਰ ਸਭ ਆਪਣੀ ਵਾਰੀ ਤੇ ਸਭ ਤੋਂ ਪਹਿਲਾਂ ਮਸੀਹ, ਫਿਰ ਉਸ ਦੇ ਆਉਣ ਤੇ ਸਭ ਉਸ ਦੇ ਲੋਕ ਹਨ। ਠੀਕ ਹੈ। ਹਾਂ, ਉੱਤੇ ਅਗਰ ਦੇਖੀਏ ਪਹਿਲਾ ਫਲ ਮਸੀਹ ਤੇ ਉਹਦੇ ਬਾਅਦ ਉਸ। ਹਾਂ ਪਹਿਲਾਂ। ਠੀਕ ਹੈ, ਕ੍ਰਾਸ ਰੈਫਰੈਂਸ। ਅੱਛਾ, ਉਹਦੇ ਬਾਅਦ ਚੌਥੀ ਈਦ ਜਿਹੜੀ ਮਨਾਈ ਜਾਏਗੀ ਪੈਂਟੀਕੋਸਟ ਜਾਂ ਵੀਕਸ, ਹਫ਼ਤਿਆਂ ਦੀ, ਹੈ ਨਾ, ਯਾਨੀ ਪੈਂਟੀਕੋਸਟ ਜਾਂ ਹਫ਼ਤਿਆਂ ਦੀ ਈਦ। ਠੀਕ ਹੈ। ਹਾਂਜੀ, ਇਹ ਮਤਲਬ ਹਿਜ਼ਕੀਏਲ ਚੈਪਟਰ 46, ਯਾਨੀ ਹਿਜ਼ਕੀਏਲ 46 ਦੀ 9ਵੀਂ ਆਇਤ। ਤੇ ਕ੍ਰਾਸ ਰੈਫਰੈਂਸ ਉਹਦਾ ਲੇਵੀਆਂ, ਉਹੀ 23 ਚੈਪਟਰ, ਯਾਨੀ ਐਬਾਰ, ਲਿਵਿਟਿਕਸ, ਤੇ ਚੇਲਿਆਂ ਦੇ ਕਰਤੱਵ 2 ਦੀ ਪਹਿਲੀ ਆਇਤ। ਇਹ ਥੋੜ੍ਹਾ ਜਿਹਾ ਨਵੇਂ ਨੇਮ ਵਿੱਚ ਕਿੰਨੀ 2 ਦੀ? ਬੁੱਕ ਆਫ ਐਕਟਸ ਚੈਪਟਰ 2 ਵਰਸ 1। ਓਕੇ ਜੀ, ਠੀਕ ਹੈ। ਮਤਲਬ ਇਹ ਵੈਸੇ ਤੇ ਸਾਰੀ ਸਟੱਡੀਜ਼ ਕਰੀਏ ਤੇ ਫਿਰ ਬੜਾ ਟਾਈਮ ਲੱਗੇਗਾ, ਔਰ ਲੱਗਣਾ ਚਾਹੀਦਾ ਹੈ, ਸਟੱਡੀ ਹੈ ਜੀ। ਇਹ ਚੇਲਿਆਂ ਦੇ ਕਰਤੱਵ 2 ਦੀ 1 ਤੇ ਪੜ੍ਹ ਦਿਓ। ਜੀ 1 ਤੇ ਪੜ੍ਹਦੇ ਹੀ ਹੈ। ਹਾਂ, ਚੇਲਿਆਂ ਦੇ ਕਰਤੱਵ 2 ਦੀ 1 ਦੇ ਵਿੱਚ ਆਪਾਂ 7 ਈਦਾਂ ਦੇਖ ਰਹੇ ਹਾਂ, ਤੇ ਉਹ 5 ਆਫਰਿੰਗਸ, ਕੁਰਬਾਨੀਆਂ 5। ਹਾਂਜੀ। ਤੇ ਇਹ 7 ਈਦਾਂ ਫਿਰ ਨਵੇਂ ਨੇਮ ਵਿੱਚ ਹੋਣਗੇ ਜੀ। ਹਾਂਜੀ। ਇਹਦੇ ਵਿੱਚ ਲਿਖਿਆ ਹੈ ਚੇਲਿਆਂ ਦੇ ਕਰਤੱਵ 2 ਦੀ ਪਹਿਲੀ ਲਿਖਿਆ ਹੈ, ਇਹ ਪੰਤੇਕੁਸਤ ਦੇ ਤਿਉਹਾਰ ਦਾ ਦਿਨ ਸੀ। ਉਹ ਸਾਰੇ ਇੱਕ ਥਾਂ ਇਕੱਠੇ ਸਨ ਜੀ। ਬਸ ਇਹਨਾਂ ਨੇ। ਠੀਕ ਹੈ। ਸੋ ਇਹ ਕ੍ਰਾਸ ਰੈਫਰੈਂਸ ਵਿੱਚ ਅਸੀਂ ਦੇਖ ਰਹੇ ਹਾਂ। ਠੀਕ ਹੈ। ਤੇ ਹਿਜ਼ਕੀਏਲ 46 ਦੀ 9 ਪੜ੍ਹ ਦਿਓ ਬਈ ਇੱਥੇ ਕੀ ਹੋਣਾ ਹੈ, ਤਾਂ ਕਿ ਹਾਂਜੀ 46 ਦੀ 9। ਹਾਂਜੀ। ਇਜ਼ਕੀਏਲ ਬਈ ਇਹ ਵੀ ਈਦ ਪੈਂਤੀਕੋਸਤ ਜਾਂ ਹਫ਼ਤਿਆਂ ਦੀ ਈਦ ਵੀ ਮਨਾਈ ਜਾਏਗੀ। ਹਾਂਜੀ।
ਹਿਜ਼ਕੀਏਲ 46 ਦੀ 9 ਦੇ ਵਿੱਚ ਲਿਖਿਆ ਹੈ, ਜਦੋਂ ਲੋਕ ਕਿਸੇ ਤਿਉਹਾਰ ਸਮੇਂ ਮੰਦਰ ਵਿੱਚ ਪ੍ਰਭੂ ਦੀ ਉਪਾਸਨਾ ਕਰਨ, ਉੱਤਰੀ ਪਾਸੇ ਦੇ ਫਾਟਕ ਰਾਹੀਂ ਬਾਹਰ ਜਾਣ। ਇਸ ਤਰ੍ਹਾਂ ਜੋ ਲੋਕ ਦੱਖਣੀ ਪਾਸੇ ਦੇ ਫਾਟਕ ਦੇ ਰਾਹੀਂ ਅੰਦਰ ਆਉਣ, ਉਹ ਉੱਤਰੀ ਪਾਸੇ ਦੇ ਫਾਟਕ ਰਾਹੀਂ ਬਾਹਰ ਜਾਣ। ਕੋਈ ਮਨੁੱਖ ਵੀ ਜਿਸ ਰਾਸਤੇ ਤੋਂ ਅੰਦਰ ਆਵੇ ਉਸ ਰਾਸਤੇ ਵਾਪਸ ਨਾ ਜਾਵੇ, ਸਗੋਂ ਦੂਜੇ ਰਾਹ ਵਾਪਸ ਜਾਵੇ। ਜੀ, ਸੋ ਇਹ ਡਿਟੇਲ ਹੈਗੀ ਹੈ ਇਹਦੀ 46 ਦੀ 9 ਹੈ ਨਾ, 46 ਦੀ। ਜੀ ਹਾਂਜੀ। ਸੋ ਅੱਗੇ ਪੰਜਵੀਂ ਜਿਹੜੀ ਹੈ ਉਹ ਨਰਸਿੰਘਿਆਂ ਦੀ ਈਦ, ਟਰੰਪਟ, ਤੁਰੀਆਂ ਦੀ। ਹਿਜ਼ਕੀਏਲ 44 ਦੀ 5 ਤੇ ਹਿਜ਼ਕੀਏਲ ਯਾਨੀ 44 ਦੀ 5। ਹਿਜ਼ਕੀਏਲ 45 ਦੀ ਕਿੰਨੀ ਸੀ? 17। ਓਕੇ, ਪਹਿਲਾ ਰੈਫਰੈਂਸ ਸੀ ਨਾ ਇਹ। ਹਾਂਜੀ, ਕ੍ਰਾਸ ਰੈਫਰੈਂਸ ਇਹਦਾ ਲਿਖ ਲਓ। ਉਹੀ ਲੇਵੀਆਂ, ਇਹ ਐਕਚੁਅਲੀ ਇਹਦੇ ਵਿੱਚ ਸਾਰਾ ਹੀ ਦੱਸਿਆ ਈਦਾਂ ਦੇ ਬਾਰੇ, 7 ਈਦਾਂ ਦੇ ਬਾਰੇ 'ਚ, ਹੈ ਨਾ। ਸੋ ਪਹਿਲਾ ਕਰੰਥੀਆਂ 15 ਦੀ 52 ਆਇਤ, ਫਸਟ ਕਰੰਥੀਆਂ ਚੈਪਟਰ 15 ਵਰਸ 52, ਠੀਕ। ਫਸਟ ਥੈਸਲੋਨੀਅਨ, ਪਹਿਲਾ ਤਸਲਨੀਕੀਆਂ 4 ਦੀ 16, ਫਸਟ ਥੈਸਲੋਨੀਅਨ ਚੈਪਟਰ 4 ਵਰਸ 16, ਤੇ ਮੈਥਿਊ 24 ਦੀ 31। 24 ਦੀ 31 ਜੀ। ਫਿਰ ਟਾਈਮ ਦੇ ਹਿਸਾਬ ਨਾਲ ਫਿਰ ਹੋਏਗੀ ਡੇ ਆਫ ਅਟੋਨਮੈਂਟ, ਇਹ ਵੀ ਮਨਾਈ ਜਾਏਗੀ, ਕੁਫਾਰੇ ਦੀ ਈਦ, ਠੀਕ ਹੈ। ਉਹਦੀ ਯਾਦਗਾਰੀ 'ਚ ਜ਼ਾਹਿਰੀ ਨਿਸ਼ਾਨ ਇਹ ਹੋ ਗਈ 6ਵੀਂ। ਹਾਂਜੀ। ਹਿਜ਼ਕੀਏਲ 45 ਤੋਂ ਪੂਰਾ ਚੈਪਟਰ, 45 ਤੋਂ ਲੈ ਕੇ 46 ਤੱਕ 3 ਚੈਪਟਰ, 45 46 ਨਹੀਂ 45 2 ਚੈਪਟਰ ਹੋ ਗਏ ਨਾ। 45 ਤੇ 46 ਦੋਨੇ, 46 ਵੀ ਪੂਰਾ, 46 ਵੀ ਪੂਰਾ। ਤੇ ਲੇਵੀਆਂ 23 ਇਹਦੇ ਵਿੱਚ ਤੇ ਈਦਾਂ ਦਾ ਹੈ, ਠੀਕ ਹੈ, ਉਹ ਤੇ ਪੂਰਾ। ਤੇ ਕ੍ਰਾਸ ਰੈਫਰੈਂਸ ਦੇ ਵਿੱਚ ਲੇਵੀਆਂ ਆ ਗਿਆ। ਤੇ ਉਹਦੇ ਬਾਅਦ ਹਿਬਰੂ 8 ਤੋਂ 10 ਚੈਪਟਰ ਇਹ ਲਾਜ਼ਮੀ ਪੜ੍ਹਨੇ ਨੇ। 8 ਚੈਪਟਰ, 8 ਤੇ 10, 8 ਤੋਂ 10, 8ਵਾਂ 9ਵਾਂ 10ਵਾਂ 3 ਚੈਪਟਰ, ਠੀਕ ਹੈ। ਤੇ ਫਿਰ ਅੱਗੇ ਦੇਖੋ 7ਵੀਂ ਈਦ ਜਿਹੜੀ ਹੋਣੀ ਹੈ ਉਹ ਟੈਬਰਨੈਕਲ, ਈਦ ਏ ਖ਼ਿਆਮ, ਇਹ ਵੀ 7ਵੀਂ ਈਦ ਹੈ, ਠੀਕ ਹੈ, ਟੈਬਰਨੈਕਲ। ਸੋ ਅੱਗੇ ਜੀ ਚਲੀਏ, ਹਿਜ਼ਕੀਏਲ 45 ਦੀ 25 ਲਿਖ ਲਓ, ਤੇ ਜ਼ਕਰੀਆ 14 ਦੀ 16 ਤੋਂ 21, ਠੀਕ ਹੈ। 14 ਦੀ 16 ਤੋਂ 21 ਤੇ ਕ੍ਰਾਸ ਰੈਫਰੈਂਸ ਹੋਈ ਹੈ 23 ਲੇਵੀਆਂ। ਅੱਛਾ, ਇਹਨਾਂ ਈਦਾਂ ਤੋਂ ਇਲਾਵਾ ਹੋਰ ਨਏ ਕੁਝ ਹੋਰ ਜਿਹੜੀਆਂ ਨੇ ਨਾ ਆਫਰਿੰਗਸ, ਈਦਾਂ ਤੇ ਆਫਰਿੰਗਸ ਤੋਂ ਇਲਾਵਾ ਨਏ ਚਾਂਦ, ਨਏ ਮੂਨ, ਸਬਤ, ਤੇ ਪਰਮੇਸ਼ਵਰ ਦੇ ਘਰ ਦੇ ਸਾਰੇ ਲੌਜ਼ ਦੇ ਲਈ, ਠੀਕ ਹੈ। ਤੇ ਇਸਰਾਈਲ ਦੇ ਘਰਾਣੇ ਦੇ ਜਿਹੜੀ ਉਹ ਚੋਜ਼ਨ ਵਨ ਨੇ ਉਹਨਾਂ ਦੇ ਲਈ, ਘਰਾਣੇ ਦੇ ਲਈ ਵੀ ਇਹ ਈਦਾਂ ਇਹ ਯਾਦਗਾਰੀ 'ਚ ਇਹ ਹੋਣਗੇ, ਜਿਹੜੇ ਹੋਰ ਕੌਮਾਂ ਵੀ ਸ਼ਾਮਿਲ ਹੋਣਗੇ। ਹਿਜ਼ਕੀਏਲ 44 ਦੀ 5 ਤੇ ਇਹ ਸਭ ਚੀਜ਼ਾਂ 44 ਦੀ 5, ਇਹ ਸਭ ਚੀਜ਼ਾਂ 1000 ਸਾਲਾ ਬਾਦਸ਼ਾਹੀ ਮਨਾਈਆਂ ਜਾਣਗੀਆਂ ਤੇ ਨਈ ਜ਼ਮੀਨ ਦੇ ਆ ਜਾਣੇ ਤੋਂ ਬਾਅਦ ਹਮੇਸ਼ਾ ਤੱਕ ਮਨਾਈਆਂ ਜਾਣਗੀਆਂ। ਨੋਟ ਕਰ ਲਓ ਰੈਫਰੈਂਸ ਯਸਾਇਆ 66 ਦੀ 22 ਤੋਂ 24। ਯਸਾਇਆ 66 ਦੀ ਹਾਂਜੀ 22 ਤੋਂ 24, ਤੇ ਹਿਜ਼ਕੀਏਲ 45 ਦੀ 17, ਟਾਈਮ ਵੀ ਹੋ ਰਿਹਾ ਹੈ, ਹਿਜ਼ਕੀਏਲ 45 ਦੀ 17, ਤੇ ਹਿਜ਼ਕੀਏਲ 46 ਦੀ 1 ਤੋਂ 3, ਠੀਕ ਹੈ ਜੀ। ਸੋ ਇਹ 1000 ਦੀ 1 ਤੋਂ 3 ਹਾਲੇ ਤੇ ਹੋ ਗਿਆ ਜੀ ਉਹ। ਹਾਂਜੀ ਹਾਲੇ ਅੱਛਾ, ਤੁਸੀਂ ਅਖੀਰ 'ਚ ਕਹਿ ਰਹੇ ਆ ਇਹ ਨਵੀਂ ਧਰਤੀ ਨਵੇਂ ਸਵਰਗ ਦੇ ਵਿੱਚ ਵੀ ਇਹ ਮਨਾਈਆਂ ਜਾਣਗੀਆਂ, ਪਰ ਉੱਥੇ ਤਾਂ ਲਿਖਿਆ ਕੋਈ ਮੰਦਰ ਨਹੀਂ ਹੋਏਗਾ ਕੋਈ ਵੀ, ਇਸ ਲਈ ਕਿ ਪਿਤਾ ਪਰਮੇਸ਼ਵਰ ਤੇ ਹੋਣਗੇ। ਹਾਂਜੀ, ਆਪ ਹੋਣਗੇ ਉੱਥੇ, ਆਪ ਹੀ ਇਸ ਨੂੰ, ਇਹ ਨੈਕਸਟ ਫਿਰ ਅਸੀਂ ਇਹਨੂੰ ਉਸ ਨੂੰ ਖੁਦ ਆਪ ਰਿਸੀਵ ਕਰੂਗਾ। ਅੱਛਾ, ਤੇ ਇੱਥੇ ਫਿਨਿਸ਼ ਕਰੀਏ ਜੀ, ਫਿਨਿਸ਼ ਚਾਹੁੰਦੇ ਹਾਂ। ਥੈਂਕ ਯੂ ਪਰਮੇਸ਼ਵਰ ਪਿਤਾ, ਆਪ ਦਾ ਸ਼ੁਕਰ ਕਰਦੇ ਹਾਂ ਜੋ ਕੁਝ ਵੀ ਆਪ ਦੇ ਵਚਨ ਦੇ ਵਿੱਚੋਂ ਪਵਿੱਤਰ ਆਤਮਾ ਦੁਆਰਾ
ਬੋਲਿਆ ਗਿਆ, ਪੜ੍ਹਿਆ ਗਿਆ, ਸੁਣਿਆ ਗਿਆ, ਸਮਝਿਆ ਗਿਆ, ਉਹ ਸਾਡੇ ਅੰਦਰ ਵਸ ਜਾਏ ਪਰਮੇਸ਼ਰ ਪਿਤਾ, ਔਰ ਉਹ ਸਾਰਾ ਇਹ ਸਾਰਾ ਵਚਨ ਯਿਸੂ ਮਸੀਹ ਦੇ ਪਵਿੱਤਰ ਰੂਹ ਨਾਲ ਢੱਕਦੇ ਹਾਂ, ਸੀਲ ਕਰਦੇ ਹਾਂ, ਤਾਂ ਕਿ ਦੁਸ਼ਮਣ ਚੁਰਾ ਨਾ ਸਕੇ, ਔਰ ਜੋ ਵੀ ਉਸ ਨੂੰ ਸੁਣੇ ਉਹ ਬਰਕਤ ਪਾਵੇ ਪਰਮੇਸ਼ਰ ਪਿਤਾ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ।